am eventually pleased by making this video regarding the reading module, which is most feared module in ALS. Today, Harshleen this side from Seabird Educare. Today, I'm going to discuss the list of heading with you individuals that how we can tackle with the list of headings in reading module. Let's start. Start with the passage name, changing our understanding of health. ਸਭ ਤੋਂ ਪਹਿਲੇ ਅਸੀਂ ਕੀ ਕਰਨਾ ਹੈ ਰੀਡਿੰਗ ਮੋਡਿਊਲ ਦੇ ਵਿੱਚ ਅੱਜ ਅਸੀਂ ਇਸ ਗੱਲ ਬਾਰੇ ਜਾਣਦੇ ਹਾਂ ਕਿ ਅਸੀਂ ਲਿਸਟ ਆਫ ਹੈਡਿੰਗਸ ਨੂੰ ਕਿੱਦਾਂ ਸੋਲਵ ਕਰਦੇ ਹਾਂ। ਠੀਕ ਹੈ ਜੀ, ਸਟੂਡੈਂਟਸ ਜ਼ਿਆਦਾਤਰ ਕੀ ਕਰਦੇ ਆ ਸਿੱਧਾ ਜਿਹੜਾ ਕਿ ਕੁਐਸਚਨਸ ਦੇ ਉੱਤੇ ਜੰਪ ਕਰਦੇ ਆ ਕਿ ਕੁਐਸਚਨਸ ਜਿਹੜੇ ਕਿ ਕਿੱਦਾਂ ਦੇ ਦਿੱਤੇ ਹੋਇਆ, ਕੁਐਸਚਨਸ ਕੀ ਦਿੱਤਾ ਹੈ। ਇਸ ਦੇ ਵਿੱਚ ਕੁਝ ਇਹ ਰੋਂਗ ਕੋਈ ਮੈਥਡ ਨਹੀਂ ਆ ਕਿ ਜੇ ਤੁਸੀਂ ਪਹਿਲਾਂ ਜਿਹੜਾ ਆਪਣੇ ਕੁਐਸਚਨਸ ਨੂੰ ਰੀਡ ਆਊਟ ਕਰਦੇ ਹੋ। ਸਭ ਤੋਂ ਪਹਿਲੇ ਜਿਹੜੇ ਕਿ ਗੱਲ ਮੈਟਰ ਕਰਦੀ ਹੈ ਤੁਹਾਡੀ ਇਸ ਪੈਸੇਜ ਨੂੰ ਲੈ ਕੇ ਅੰਡਰਸਟੈਂਡਿੰਗ ਔਰ ਤੁਹਾਡਾ ਜਿਹੜਾ ਕਿ ਹੈ ਲਾਈਕਿੰਗ। ਠੀਕ ਹੈ, ਤੁਸੀਂ ਕੁਛ ਨਹੀਂ ਕਰਨਾ ਹੁੰਦਾ ਸਟਾਰਟਿੰਗ ਦੇ ਵਿੱਚ ਜਿਹੜਾ ਕਿ ਆਪਣਾ ਫਲੋ ਜੋ ਚੀਜ਼ ਬਣਾਉਂਦੀ ਹੈ। ਅੱਜ ਮੈਂ ਵੀਡੀਓ ਦੇ ਵਿੱਚ ਉਹ ਚੀਜ਼ ਡਿਸਕਸ ਕਰਨੀ ਹੈ ਜਿਹਦੇ ਨਾਲ ਤੁਹਾਡਾ ਫਲੋ ਬਣਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਪੈਸੇਜ ਨੂੰ ਨੋਰਮਲੀ ਅੰਡਰਸਟੈਂਡ ਕਰ ਸਕਦੇ ਹੋ। ਹਾਰਡਲੀ ਮੈਨੂੰ ਲੱਗਦਾ ਤੁਹਾਨੂੰ 1 ਮਿੰਟ ਤੋਂ ਵੀ ਘੱਟ ਟਾਈਮ ਲੱਗੂਗਾ ਜੇਕਰ ਤੁਸੀਂ ਇਸ ਨੂੰ ਜਨਰਲੀ ਓਵਰਆਲ ਇਹਦਾ ਜਿਹੜਾ ਮੀਨਿੰਗ ਆਪਾਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ। ਚੇਂਜਿੰਗ ਆਰ ਅੰਡਰਸਟੈਂਡਿੰਗ ਆਫ ਹੈਲਥ, ਕਿ ਹੈਲਥ ਦੀ ਜਿਹੜੀ ਕਿ ਲੈ ਕੇ ਸਾਡਾ ਜਿਹੜਾ ਕਿ ਕੌਨਸੈਪਟ ਆ ਬਿਲਕੁਲ ਅੱਜ ਦੇ ਸਮੇਂ ਦੇ ਵਿੱਚ ਚੇਂਜ ਹੋ ਗਿਆ ਹੋਇਆ ਕਿ ਅਸੀਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਕਰੂਸ਼ੀਅਲ ਮੰਨਦੇ ਹਾਂ। ਠੀਕ ਹੈ ਜੀ, ਦੇਖੋ ਕੀ ਗੱਲ ਹੋਈ ਹੈ। ਦ concept of health holds different meanings for the different people and the groups। ਕਹਿੰਦੇ ਜਿਹੜਾ ਹੈਲਥ ਦਾ ਕੌਨਸੈਪਟ ਹੈ, ਠੀਕ ਹੈ ਜੀ, ਉਹ ਵੇਰੀ ਕਰਦਾ ਹੈ ਡਿਫਰੈਂਟ ਇੰਡੀਵਿਜੂਅਲਸ ਦੇ ਵਿੱਚ। ਠੀਕ ਹੈ, ਤੇ ਡਿਫਰੈਂਟ ਗਰੁੱਪਸ ਆਫ ਪੀਪਲ, ਹਰ ਇੱਕ ਬੰਦੇ ਦੀ ਠੀਕ ਹੈ ਆਪਣੀ ਮੀਨਿੰਗ ਹੋਲਡ ਕਰਦਾ ਹੈ, ਆਪਣੀ ਰਾਏ ਆ ਹੈਲਥ ਨੂੰ ਲੈ ਕੇ। ਕਿਸੇ ਨੂੰ ਕਿੱਦਾਂ ਲੱਗਦਾ ਹੈ, ਠੀਕ ਹੈ, ਕੋਈ ਕਿਵੇਂ ਸੋਚਦਾ। ਜਿਵੇਂ ਕਿ ਆਪਾਂ ਸੁਸਾਇਟੀ ਦੇ ਜੇਕਰ ਇੰਡੀਵਿਜੂਅਲਸ ਦੀ ਗੱਲ ਕਰੀਏ, ਕੋਈ ਹੈਲਥ ਕੌਨਸ਼ੀਅਸ ਹੈ, ਕੋਈ ਨਹੀਂ ਹੈ, ਕੋਈ ਬਹੁਤ ਜ਼ਿਆਦਾ ਕਹਿ ਲਓ ਵੀ ਆਪਾਂ ਓਵਰ ਹੈਲਥ ਕੌਨਸ਼ੀਅਸ ਹੈ। ਠੀਕ ਹੈ ਜੀ, ਤਾਂ ਕਹਿੰਦੇ ਦਾ ਦੀਜ਼ ਮੀਨਿੰਗਸ ਆਫ ਹੈਲਥ ਹੈਵ ਆਲਸੋ ਚੇਂਜਡ ਓਵਰ ਟਾਈਮ, ਕਿ ਜਿਹੜਾ ਕਿ ਆ ਹੈਲਥ ਨੂੰ ਲੈ ਕੇ ਜਿਹੜਾ ਲੋਕਾਂ ਦਾ ਵਿਊ ਪੁਆਇੰਟਸ ਆ ਉਹ ਟਾਈਮ ਟੂ ਟਾਈਮ ਜਿਹੜਾ ਕਿ ਬਦਲਦਾ ਆ। ਦਿਸ ਚੇਂਜ ਇਜ਼ ਨੋ ਮੋਰ ਐਵੀਡੈਂਟ ਦੈਨ ਇਨ ਦ ਵੈਸਟਰਨ ਸੋਸਾਇਟੀ ਟੂਡੇ ਵੈਨ notions of health and health promotion are being challenged and expanded in the new ways। ਕਹਿੰਦੇ ਜਿਹੜੀ ਹੈਲਥ ਪ੍ਰਮੋਸ਼ਨ ਹੈ, ਠੀਕ ਹੈ, ਬਹੁਤ ਹਾਈ ਲੈਵਲ ਦੇ ਉੱਤੇ ਜਿਹੜੇ ਕਿ ਰਿਸਰਚਰਸ ਨੇ ਰਿਸਰਚ ਕੀਤੀ ਹੈ ਕਿ ਇਸ ਚੀਜ਼ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਕਿ ਆਪਾਂ ਇਸ ਪੈਸੇਜ ਦੇ ਵਿੱਚ ਅੱਜ ਗੱਲ ਕਰਨੀ ਆ ਹੈਲਥ ਪ੍ਰਮੋਸ਼ਨ ਦੀ। ਠੀਕ ਹੈ ਜੀ, ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਲਿਸਟ ਆਫ ਹੈਡਿੰਗਸ ਆ ਜਿਹੜੀਆਂ ਆਪਾਂ ਨੂੰ ਆਨਸਰਸ ਨੇ ਉਹ ਕਿੱਥੇ ਕਿੱਥੇ ਲੋਕੇਟ ਹੁੰਦੇ ਆ। ਠੀਕ ਹੈ, ਜ਼ਿਆਦਾਤਰ ਜਿਹੜੇ ਕਿ ਬੱਚੇ ਆ ਉਹ ਜਿਵੇਂ ਆਪਾਂ ਕਹਦੇ ਕਿ ਰੀਡਿੰਗ ਦੀਆਂ ਸਟ੍ਰੈਟਜੀਜ਼, ਠੀਕ ਹੈ, ਐਕਚੁਅਲ ਦੇ ਵਿੱਚ ਜੇ ਆਪਾਂ ਸਟ੍ਰੈਟਜੀਜ਼ ਦੀ ਗੱਲ ਕਰੀਏ there is no any kind of strategies, particular strategies for the reading। ਠੀਕ ਹੈ ਜੀ, ਬਟ ਜਿਹੜੀਆਂ ਸਟ੍ਰੈਟਜੀਜ਼ ਕੁਛ ਇੱਦਾਂ ਦੀਆਂ ਚੀਜ਼ਾਂ ਨੂੰ ਫੋਲੋ ਕਰਕੇ ਸਾਨੂੰ ਸਾਡੇ ਆਨਸਰਸ ਲੋਕੇਟ ਹੁੰਦੇ ਆ। ਠੀਕ ਹੈ, ਦਿਸ ਵੀ ਕਾਲ ਦਾ ਐਕਚੁਅਲ ਸਟ੍ਰੈਟਜੀਜ਼ ਆਫ ਦ ਰੀਡਿੰਗ। ਠੀਕ ਹੈ, ਆਪਾਂ ਕੀ ਗੱਲ ਕਰ ਸਕਦੇ ਹਾਂ ਇਹਦੇ ਵਿੱਚ ਮੈਟਰ ਇਹ ਚੀਜ਼ ਨਹੀਂ ਕਰਦਾ। ਹੁਣ ਜ਼ਿਆਦਾਤਰ ਬੱਚੇ ਜੇਕਰ ਆਪਾਂ ਇਸ ਵੀਡੀਓ ਦੇ ਜ਼ਰੀਏ ਜਾਣਨ ਦੀ ਕੋਸ਼ਿਸ਼ ਕਰੀਏ, ਆਪਾਂ ਜਿਹੜੇ ਕਿ ਆਨਸਰ ਆ ਪਹਿਲੀਆਂ 2 ਲਾਈਨਸ ਆਪਾਂ ਨੂੰ ਲੋਕੇਟ ਹੁੰਦਾ। ਠੀਕ ਹੈ ਜੀ, ਜਾਂ ਫਿਰ ਆਖਿਰ ਦੀਆਂ 2 ਲਾਈਨਾਂ ਦੇ ਵਿੱਚ ਆਪਾਂ ਨੂੰ ਆਨਸਰ ਲੋਕੇਟ ਹੁੰਦਾ, ਜਾਂ ਫਿਰ ਅਦਰਵਾਈਜ਼ ਆਨਸਰ ਇਜ਼ ਇਨ ਬਿਟਵੀਨ। ਠੀਕ ਹੈ ਜੀ, ਸੈਂਟਰ ਵਾਲੀਆਂ ਲਾਈਨਸ ਦੇ ਵਿੱਚ ਆਪਾਂ ਨੂੰ ਪੜ੍ਹ ਕੇ ਕੁਝ ਪਤਾ ਲੱਗਦਾ ਕਿ ਆਨਸਰ ਇੱਥੇ ਕਿ ਲੋਕੇਟ ਕਰਦਾ। ਅਦਰਵਾਈਜ਼ ਜੇ ਤਿੰਨਾਂ ਲੋਕੇਸ਼ਨਸ ਦੇ ਉੱਤੇ ਆਨਸਰ ਨਹੀਂ ਹੈਗਾ ਦੈਟ ਮੀਨਸ ਆਨਸਰ ਇਜ਼ ਇਨ ਓਵਰਆਲ। ਆਪਾਂ ਨੂੰ ਓਵਰਆਲ ਦੇ ਵਿੱਚ ਜਿਹੜਾ ਕਿ ਆਨਸਰ ਮਿਲ ਜਾਊਗਾ। ਬਟ ਮੈਟਰ ਇਹ ਚੀਜ਼ ਕਰਦੀ ਹੈ ਲੋਕੇਸ਼ਨਸ ਔਰ ਕੀਵਰਡਸ ਦੇ ਨਾਲੋਂ ਮੈਟਰ ਇਹ ਚੀਜ਼ ਕਰਦੀ ਹੈ ਤੁਸੀਂ ਕੰਟੈਂਟ ਨੂੰ ਕਿੰਨਾ ਕੁ ਜ਼ਿਆਦਾ ਅੰਡਰਸਟੈਂਡ ਕਰ ਪਾ ਰਹੇ ਹੋ ਆਪਣੇ ਕੁਐਸਚਨ ਸਟੇਟਮੈਂਟ ਦੇ ਨਾਲ ਰਿਲੇਟ ਕਰਕੇ। ਸਭ ਤੋਂ ਪਹਿਲਾਂ ਜਦੋਂ ਅਸੀਂ ਲਿਸਟ ਆਫ ਹੈਡਿੰਗਸ ਨੂੰ ਸੋਲਵ ਕਰਨਾ, ਅਸੀਂ ਇੱਕ ਜਸਟ ਓਵਰਆਲ ਆਊਟਲੁੱਕ ਕਰ ਲੈਣਾ ਕਿ ਲਿਸਟ ਆਫ ਹੈਡਿੰਗਸ ਹੈ ਕਿਸ ਦੇ ਬਾਰੇ 'ਚ। ਠੀਕ ਹੈ ਜੀ, ਜਿਵੇਂ ਇਹਦੇ ਵਿੱਚ ਠੀਕ ਹੈ ਜੀ ਓਟਵਾ ਇਹ ਵਾਲੀ ਸਿਟੀ ਦੇ ਵਿੱਚ, ਠੀਕ ਹੈ, ਔਰ ਦਿਸ ਇਜ਼ ਅ ਕੈਪੀਟਲ ਆਫ ਕੈਨੇਡਾ। ਇਹਦੇ ਵਿੱਚ ਜਿਹੜੀ ਕਿ ਕਾਨਫਰੰਸ ਹੋਈ ਹੈ ਹੈਲਥ ਪ੍ਰਮੋਸ਼ਨ ਨੂੰ ਲੈ ਕੇ। ਠੀਕ ਹੈ ਜੀ, ਐਂਡ ਹੋਲਿਸਟਿਕ ਅਪਰੋਚ ਹੋਈ ਹੈ ਜੀ ਹੈਲਥ ਨੂੰ ਲੈ ਕੇ। ਹੋਲਿਸਟਿਕ ਮੀਨਸ ਓਵਰਆਲ ਡਿਵੈਲਪਮੈਂਟ ਆਫ ਸਮਥਿੰਗ। ਠੀਕ ਹੈ ਜੀ, ਦੈਨ ਪ੍ਰਾਇਮਰੀ ਇੰਪੋਰਟੈਂਸ ਹੋਈ ਹੈ ਜੀ ਇਨਵਾਇਰਮੈਂਟਲ ਫੈਕਟਰਸ ਨੂੰ ਲੈ ਕੇ। ਹੈਲਦੀ ਲਾਈਫ ਸਟਾਈਲ ਅਪਰੋਚ ਹੋਈ ਹੈ ਹੈਲਥ ਨੂੰ ਲੈ ਕੇ। ਔਰ ਚੇਂਜਸ ਇਨ ਦਾ ਕੌਨਸੈਪਟ ਆਫ ਹੈਲਥ ਇਨ ਦਾ ਵੈਸਟਰਨ ਸੋਸਾਇਟੀ। ਵੈਸਟਰਨ ਸੋਸਾਇਟੀ ਦੇ ਵਿੱਚ ਜਿਹੜੇ ਕੀ ਚੇਂਜਸ ਆਏ ਆ ਆਪਾਂ ਹੈਲਥ ਦੇ ਕੌਨਸੈਪਟ ਦੀ ਜੇਕਰ ਆਪਾਂ ਗੱਲ ਕਰੀਏ। ਐਂਡ ਪ੍ਰੀਵੈਂਸ਼ਨ ਆਫ ਡਿਜ਼ੀਜ਼ਸ ਐਂਡ ਦਾ ਇਲਨੈਸਿਸ, ਕਿੱਦਾਂ ਚੀਜ਼ਾਂ ਨੂੰ ਜਿਹੜਾ ਕੀ ਆ ਡਿਜ਼ੀਜ਼ਸ ਨੂੰ ਪ੍ਰੀਵੈਂਟ ਕੀਤਾ ਗਿਆ। ਠੀਕ ਹੈ, ਇਲਨੈਸ ਨੂੰ ਕਿੱਦਾਂ ਪ੍ਰੀਵੈਂਟ ਕੀਤਾ ਗਿਆ। ਐਂਡ ਓਟਵਾ ਚਾਰਟਰ ਫॉर ਦਾ ਹੈਲਥ ਪ੍ਰਮੋਸ਼ਨ, ਜਿਹੜੀ ਉੱਥੇ ਜਿਹੜੀ ਕਾਨਫਰੰਸ ਹੋਈ ਸੀ ਉੱਥੇ ਹੈਲਥ ਪ੍ਰਮੋਸ਼ਨ ਬਾਰੇ ਗੱਲ ਹੋਈ ਹੈ। ਐਂਡ ਡੈਫੀਨੇਸ਼ਨ ਆਫ ਹੈਲਥ ਇਨ ਦ ਮੈਡੀਕਲ ਟਰਮਸ, ਕਹਿੰਦੇ ਡੈਫੀਨੇਸ਼ਨ ਦਿੱਤੀ ਹੋਈ ਹੈ ਹੈਲਥ ਦੀ ਮੈਡੀਕਲ ਟਰਮਸ ਦੇ ਵਿੱਚ।
ਹੁਣ ਦੇਖੋ ਫਟਾਫਟ ਜਿਹੜਾ ਕਿ ਆਪਾਂ ਇਹਦੇ ਵਿੱਚੋਂ ਵੀ ਫਟਾਫਟ ਕੀਵਰਡ, ਜਿਵੇਂ ਹੁਣ ਤਾਂ ਚਲੋ ਮੈਂ ਸਾਰੇ ਪੜ੍ਹੇ ਆ ਕਿ ਮੈਂ ਐਕਸਪਲੇਨੇਸ਼ਨ ਦੇ ਰਹੀ ਹਾਂ, ਤੁਸੀਂ ਕੀ ਕਰਨਾ ਉੱਥੇ ਵਿਦਨ ਅ ਗਿਵਨ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਫਟਾਫਟ ਇਹ ਚੀਜ਼ਾਂ ਨੂੰ ਫਟਾਫਟ ਇਹਨਾਂ ਦੇ ਜਿਹੜੇ ਕੀ ਆ ਕੀਵਰਡਸ ਫਟਾਫਟ ਪੜ੍ਹ ਲੈਣੇ ਆ, ਵੀ ਇਹਦੇ ਵਿੱਚ ਕਾਨਫਰੰਸ ਹੋਈ ਹੈ, ਇਹਦੇ ਵਿੱਚ ਹੋਲਿਸਟਿਕ ਵਰਡ ਯੂਜ਼ ਕੀਤਾ, ਇੱਥੇ ਇਨਵਾਇਰਮੈਂਟਲ ਫੈਕਟਰਸ ਦੀ ਗੱਲ ਹੋਈ ਹੈ, ਇਹ ਸਾਰਾ ਕੁਝ ਤੁਸੀਂ ਫਟਾਫਟ ਜਿਹੜਾ ਕਿ ਇੱਕ ਵਾਰ ਆਊਟਲੁੱਕ ਦੇ ਕੇ ਦੈਨ ਤੁਸੀਂ ਕੀ ਕਰਨਾ ਆਪਣੇ ਪੈਸੇजेस ਦੇ ਵਿੱਚ ਜਾਣਾ, ਠੀਕ ਹੈ। ਸਟਾਰਟਿੰਗ ਦੇ ਵਿੱਚ ਕੋਈ ਗੱਲ ਨਹੀਂ ਹੋਈ ਡੈਫੀਨੇਸ਼ਨ ਆਫ ਹੈਲਥ ਨੂੰ ਲੈ ਕੇ ਕੁਝ ਵੀ, ਜੋ ਜਸਟ ਇੱਕ ਓਵਰਆਲ ਜਿਹੜਾ ਕਿ ਦਿੱਤਾ ਹੋਇਆ ਪੂਰੇ ਪੈਸੇਜ ਨੂੰ ਲੈ ਕੇ, ਐਂਡ ਇਹ ਹੈਗੀ ਜੀ ਪੈਸੇਜ ਦੀ ਇੰਟਰੋਡਕਸ਼ਨ, ਆਪਾਂ ਇਹ ਚੀਜ਼ ਨੂੰ ਕਹਿ ਸਕਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜੇਕਰ ਆਪਾਂ ਬੀ ਪੈਰਾਗ੍ਰਾਫ ਦੀ ਗੱਲ ਕਰੀਏ, ਹੁਣ ਬੀ ਪੈਰਾਗ੍ਰਾਫ ਨੂੰ ਜੇ ਆਪਾਂ ਸਟਾਰਟਿੰਗ ਦੇ ਵਿੱਚ ਪੜ੍ਹੀਏ ਹੈ ਨਾ, ਇਹਦੇ ਵਿੱਚ ਕੀ ਗੱਲ ਦਿੱਤੀ ਹੋਈ ਹੈ ਕਿ ਫॉर ਮਚ ਆਫ ਦ ਰੀਸੈਂਟ ਵੈਸਟਰਨ ਹਿਸਟਰੀ ਹੈਲਥ ਹੈਜ਼ ਬੀਨ ਵਿਊਡ ਇਨ ਦਾ ਫਿਜ਼ੀਕਲ ਸੈਂਸ ਓਨਲੀ। ਕਹਿੰਦੇ ਜੇਕਰ ਅਸੀਂ ਗੱਲ ਕਰੀਏ ਵੈਸਟਰਨ ਹਿਸਟਰੀ ਦੇ ਵਿੱਚ ਕੀ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਹੈਲਥ ਨੂੰ ਕੀ ਕਿਹਾ ਗਿਆ, ਹੈਲਥ ਜਿਹੜੀ ਸਿਰਫ ਇਕੱਲਾ ਫਿਜ਼ੀਕਲੀ ਬੰਦੇ ਦਾ ਫਿੱਟ ਹੋਣਾ ਹੈਲਥ ਆ, ਨੋ। ਅੱਜ ਕੱਲ੍ਹ ਜਿਵੇਂ ਕਿ ਆਪਾਂ ਬਹੁਤ ਸਾਰੇ ਜਿਹੜੇ ਕੀ ਆ ਦੇਖਦੇ ਹਾਂ ਲੈਕਚਰਸ ਆਪਾਂ ਸੁਣਦੇ ਹਾਂ ਮੈਂਟਲ ਹੈਲਥ ਨੂੰ ਲੈ ਕੇ, ਕਿਉਂਕਿ ਲੋਕ ਨੇ ਜਿਹੜੇ ਉਹ ਮਟੀਰੀਅਲਿਸਟਿਕ ਹੋ ਗਿਆ, ਔਰ ਜ਼ਿਆਦਾ ਸਟ੍ਰੈਸ ਜਿਹੜਾ ਕਿ ਲੋਕਾਂ ਨੂੰ ਹੈ ਅੱਜ ਦੇ ਸਮੇਂ, ਠੀਕ ਹੈ ਜੀ। ਤਾਂ ਜਿਹੜੇ ਕਿ ਪਹਿਲਾਂ ਜਿਹੜੇ ਕਿ ਅਸੀਂ ਸੋਚਿਆ ਕਰਦੇ ਸੀ ਕਿ ਜਿਹੜੀ ਫਿਜ਼ੀਕਲ ਹੈਲਥ ਹੈ ਬਸ ਉਹੀ ਉਹ ਬੰਦੇ ਦੀ ਮੈਟਰ ਕਰਦੀ ਆ, ਤਾਂ ਫਿਜ਼ੀਕਲ ਹੈਲਥ ਜਿਹੜੀ ਕੀ ਆ ਉਹਨੂੰ ਇੰਪੋਰਟੈਂਸ ਦਿੱਤੀ ਜਾਂਦੀ ਸੀ, ਠੀਕ ਹੈ। ਹੁਣ ਇਸ ਦੇ ਬਾਰੇ ਅੱਗੇ ਪੜ੍ਹਦੇ ਹਾਂ। ਦੈਟ ਇਜ਼ ਗੁੱਡ ਹੈਲਥ ਹੈਜ਼ ਬੀਨ ਕਨੈਕਟਡ ਟੂ ਦ ਸਮੂਥ ਮਕੈਨੀਕਲ ਆਪਰੇਸ਼ਨ of the body, while ill health has been attributed to a breakdown of his machine। ਮੀਨਸ ਜਿਹੜੀ ਆਪਣੀ ਬੋਡੀ ਆ ਇਹ ਮਸ਼ੀਨ ਆ, ਠੀਕ ਹੈ ਜੀ। ਜਿਵੇਂ ਆਪਾਂ ਫੂਡ ਖਾਂਦੇ ਆ ਉਹ ਬ੍ਰੇਕਡਾਊਨ ਹੁੰਦਾ ਹੈ, ਠੀਕ ਹੈ। ਦੈਨ ਵੇਸਟ ਮਟੀਰੀਅਲ ਆ ਜਿਹੜਾ ਉਹ ਰਿਮੂਵ ਕਰਦੀ ਆਪਣੀ ਬੋਡੀ। ਤਾਂ ਇਹਦੇ ਵਿੱਚ ਠੀਕ ਆ ਇਹ ਚੀਜ਼ ਨੂੰ ਪੜ੍ਹਦੇ ਹੋਏ ਸਾਨੂੰ ਇੱਥੇ ਕੁਛ ਪਤਾ ਲੱਗ ਰਿਹਾ ਕਿ ਜਿਹੜੀ ਹੈਲਥ ਹੈ ਉਹਦੀ ਡੈਫੀਨੇਸ਼ਨ ਦਿੱਤੀ ਹੋਈ ਆ। ਹੈਲਥ ਇਨ ਦਿਸ ਸੈਂਸ ਹੈਜ਼ ਬੀਨ ਡਿਫਾਈਨਡ ਐਜ਼ ਦ ਐਬਸੈਂਸ ਆਫ ਡਿਜ਼ੀਜ਼ਸ ਔਰ ਦ ਇਲਨੈਸ ਐਂਡ ਇਜ਼ ਸੀਨ ਇਨ ਦ ਮੈਡੀਕਲ ਟਰਮਸ। ਦੇਖੋ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਹੈਲਥ ਦੀ ਡੈਫੀਨੇਸ਼ਨ ਦਿੱਤੀ ਗਈ ਆ, ਐਂਡ ਅਸੀਂ ਹੁਣ ਇੱਥੋਂ ਕੀ ਜਿਹੜਾ ਕੀ ਆ ਲਾ ਲਓ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਸਾਡਾ ਇੱਕ ਬਰੀਫ ਜਿਹਾ ਜਿਹੜਾ ਕੀ ਆ ਕਹਿ ਲਓ ਓਵਰਆਲ ਆਈਡੀਆ ਬਣੂਗਾ ਕਿ ਇਹ ਪੈਸੇਜ ਦੇ ਵਿੱਚ ਕਿਸ ਦੇ ਬਾਰੇ 'ਚ ਗੱਲ ਹੋਈ ਆ। ਡੈਫੀਨੇਟਲੀ ਡਿਫਾਈਨਡ ਵਰਡ ਆ ਨਾ ਜਿਹੜਾ ਹੈਲਥ ਦੇ ਨਾਲ, ਜਦੋਂ ਆਪਾਂ ਉਹਨੂੰ ਕਨੈਕਟ ਕਰਦੇ ਹਾਂ ਤਾਂ ਹੈਲਥ ਦੀ ਜਿਹੜੀ ਕਿ ਡੈਫੀਨੇਸ਼ਨ ਨੂੰ ਡਿਫਾਈਨ ਕੀਤਾ ਗਿਆ। ਤਾਂ ਫਸਟ ਜਿਹੜਾ ਕੀ ਆਨਸਰ ਹੈ ਉਹ ਕੀ ਹੈ, ਆਪਾਂ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਕਿੱਥੇ ਗੱਲ ਹੋਈ ਆ ਹੈਲਥ ਦੀ ਡੈਫੀਨੇਸ਼ਨ ਬਾਰੇ। ਹੈਲਥ ਦੀ ਡੈਫੀਨੇਸ਼ਨ ਬਾਰੇ ਗੱਲ ਹੋਈ ਹੈ ਜੀ in this section. Fine. The answer is 8th. Definition of health in the medical terms. ਮੈਡੀਕਲ ਟਰਮੀਨੋਲੋਜੀ ਦੇ ਵਿੱਚ ਜਿਹੜੀ ਹੈਲਥ ਆ ਉਹਨੂੰ ਕਿੱਦਾਂ ਡਿਫਾਈਨ ਕੀਤਾ ਗਿਆ ਕਿ ਐਬਸੈਂਸ ਆਫ ਡਿਜ਼ੀਜ਼ਸ ਔਰ ਦ ਇਲਨੈਸਿਸ, ਠੀਕ ਹੈ ਜੀ, ਮੈਡੀਕਲ ਟਰਮਸ ਦੇ ਵਿੱਚ। ਤਾਂ ਆਪਾਂ ਨੂੰ ਇੱਥੋਂ ਹੀ ਇੱਕ ਵਰਡ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਚੀਜ਼ ਦੇ ਨਾਲ ਰਿਲੇਟ ਕਰਦੀ ਹੈ। ਇੱਥੇ ਅਸੀਂ ਕੀ ਕੀਤਾ, ਕੋਈ ਸਟ੍ਰੈਟਜੀ ਫੋਲੋ ਨਹੀਂ ਕੀਤੀ, ਇੱਥੇ ਅਸੀਂ ਕੰਟੈਂਟ ਨੂੰ ਅੰਡਰਸਟੈਂਡ ਕੀਤਾ ਕਿ ਕਿਹੜੇ ਕੰਟੈਂਟ ਦਾ ਕਿਹੜੀ ਚੀਜ਼ ਦੇ ਨਾਲ ਰਿਲੇਸ਼ਨਸ਼ਿਪ ਬਣਦਾ, ਠੀਕ ਹੈ ਜੀ। ਥੋੜਾ ਸੈਂਸ ਨੂੰ ਅੰਡਰਸਟੈਂਡ ਕੀਤਾ ਕਿ ਕਿੱਥੇ ਜਿਹੜਾ ਕਿ ਇਹਦਾ ਮੈਚ ਬਣਦਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਸੋਲਵ ਕਰਦੇ ਹਾਂ ਪੈਰਾਗ੍ਰਾਫ ਸੀ। ਹੁਣ ਦੇਖੋ ਪੈਰਾਗ੍ਰਾਫ ਸੀ ਦੇ ਵਿੱਚ ਕਿਹੜੀ ਗੱਲ ਹੋਈ ਆ, ਇਨ ਦ ਲੇਟ 1940s ਦ ਵਰਲਡ ਹੈਲਥ ਆਰਗੇਨਾਈਜੇਸ਼ਨ ਚੈਲੰਜ this physically and the medically oriented view of health. They stated that health is a complete state of physical, mental and social well-being and is not merely the absence of disease. WHO said this thing. Health and the person were seen more holistically. Holistically means overall. Overall means everything, mind, body or the spirit. Spirit means courage, ਠੀਕ ਹੈ ਜੀ। ਸਾਡਾ ਅਸੀਂ ਮੈਂਟਲੀ ਵੀ ਫਿੱਟ ਆ, ਅਸੀਂ ਫਿਜ਼ੀਕਲੀ ਵੀ ਫਿੱਟ ਆ, ਐਂਡ ਅਸੀਂ ਸਾਡਾ ਕਰੇਜ ਵੀ ਹੈ ਸਪਿਰਿਚੁਅਲੀ ਔਰ ਸਪਿਰਿਟ। ਅਸੀਂ ਇਹ ਚੀਜ਼ ਨੂੰ ਕਹਿ ਸਕਦੇ ਹਾਂ ਕਿ ਸਾਰੇ ਜਿਹੜੇ ਕਿ ਪੱਖ ਆ ਅਸੀਂ ਉਹਨਾਂ ਤੋਂ ਜਿਹੜਾ ਕਿ ਅਸੀਂ ਫਿੱਟ ਆ। ਦਿਸ ਵੀ ਕਾਲ ਦਾ ਹੈਲਥ ਨੂੰ ਅਸੀਂ ਹੋਲਿਸਟਿਕਲੀ ਵਿਊ ਪੁਆਇੰਟ ਦੇ ਨਾਲ ਦੇਖਦੇ ਹਾਂ। ਹੁਣ ਮੈਨੂੰ ਦੱਸੋ ਇਹਦੇ ਵਿੱਚ ਆਪਾਂ ਕਿੱਥੇ ਜਿਹੜਾ ਕਿ ਹੋਲਿਸਟਿਕ ਅਪਰੋਚ ਦੀ ਗੱਲ ਕਿੱਥੇ ਹੋਈ ਹੈ। ਜਸਟ ਇੱਕ ਜਿਹੜਾ ਵਰਡ ਆ ਉਹ ਚੀਜ਼ ਨੂੰ ਡਿਫਾਈਨ ਕਰ ਦੂਗਾ ਕਿ ਹੋਲਿਸਟਿਕ ਅਪਰੋਚ ਟੂ ਹੈਲਥ ਮੀਨਸ ਆਂਸਰ ਇਜ਼ ਸੈਕਿੰਡ। ਹੋਲਿਸਟਿਕ ਦੀ ਗੱਲ ਇਹਦੇ ਵਿੱਚ ਕਿਤੇ ਨਹੀਂ ਹੋਈ, ਠੀਕ ਹੈ ਜੀ। ਆਂਸਰ ਇਜ਼ ਸੈਕਿੰਡ, ਹੋਲਿਸਟਿਕ ਅਪਰੋਚ ਟੂ ਹੈਲਥ। ਜਿਹੜਾ ਇਹ ਵਰਡ ਹੈ ਅੰਡਰਸਟੈਂਡ ਇਹ ਚੀਜ਼ ਨੂੰ ਕਰੋ ਕਿ ਇੱਕ ਵਰਡ ਨੂੰ, ਇਹ ਵਾਲੇ ਵਰਡ ਨੂੰ ਨਾ ਇੱਥੇ ਮਤਲਬ ਐਕਸਪੈਂਡ ਕਰਕੇ ਦਿੱਤਾ ਹੋਇਆ, ਇਹ ਵਾਲੇ ਵਰਡ ਨੂੰ ਇੱਥੇ ਐਕਸਪੈਂਡ ਕਰਕੇ ਦਿੱਤਾ ਹੋਇਆ ਮੀਨਸ
ਇੱਥੇ ਇੱਕ ਵਰਡ ਯੂਜ਼ ਫॉर एग्जांपल ਪ੍ਰੀਵੈਂਸ਼ਨ ਹੈ, ਪ੍ਰੀਵੈਂਸ਼ਨ ਨੂੰ ਇੱਥੇ ਐਕਸਪੈਂਡ ਕਰਕੇ ਦਿੱਤਾ ਹੋਊ, ਉਹਦੀ ਡੈਫੀਨੇਸ਼ਨ ਦਿੱਤੀ ਹੋਊਗੀ ਜਿਵੇਂ ਹੈਲਥ ਦੀ ਡੈਫੀਨੇਸ਼ਨ ਦਿੱਤੀ ਹੋਈ ਸੀ। ਸੋ ਇੱਕ ਜਿਹੜਾ ਵਰਡ ਹੈ ਰੀਡਿੰਗ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਰੋਲ ਪਲੇ ਕਰਦਾ ਹੈ, ਠੀਕ ਹੈ ਜੀ। ਇੱਕ ਵਰਡ ਦੇ ਮੀਨਿੰਗ ਨੇ ਆਪਾਂ ਨੂੰ ਆਨਸਰ ਦੇ ਤੱਕ ਜਿਹੜਾ ਕਿ ਕਲੀਅਰ ਕਰ ਦੇਣਾ ਕਿ ਇਹ ਆਨਸਰ ਹੈ, ਦੀ ਕਨੈਕਟੀਵਿਟੀ ਇੱਥੇ ਜੁੜਦੀ ਹੈ। ਓਕੇ, ਆਨਸਰ ਇਜ਼ ਸੈਕਿੰਡ, ਹੋਲਿਸਟਿਕ ਅਪਰੋਚ ਟੂ ਹੈਲਥ। ਓਕੇ, ਮੂਵ ਟੂ ਦ ਪੈਰਾਗ੍ਰਾਫ ਡੀ ਪੈਰਾਗ੍ਰਾਫ 'ਚ ਅਸੀਂ ਜਾਣਦੇ ਹਾਂ ਕਿ ਕਿਸ ਦੇ ਚੀਜ਼ ਦੇ ਬਾਰੇ ਦੇ ਵਿੱਚ ਗੱਲ ਹੋਈ ਹੈ। 1970s was the time of focusing on the prevention of diseases and the illnesses by emphasizing the importance of lifestyle and the behavior of individual। ਠੀਕ ਹੈ ਜੀ, 1970s ਦਾ ਜਿਹੜਾ ਕਿ ਟਾਈਮ ਸੀਗਾ, ਠੀਕ ਹੈ, ਉਹ ਸਾਨੂੰ ਦੱਸਦਾ ਸੀ ਕਿ ਕਿੱਦਾਂ ਅਸੀਂ ਡਿਜ਼ੀਜ਼ਸ ਨੂੰ ਪ੍ਰੀਵੈਂਟ ਕਰਨਾ ਅਤੇ ਕਿਹੜੀ ਚੀਜ਼ ਦੇ ਉੱਤੇ ਐਮਫਸਿਸ ਮੀਨਸ ਫੋਕਸ ਔਨ ਸਮਥਿੰਗ। ਠੀਕ ਹੈ ਜੀ, ਕਿਹੜੀ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਕਿ ਲਾਈਫ ਸਟਾਈਲ ਨੂੰ ਅਪਗ੍ਰੇਡ ਕਰਨਾ ਹੈ। ਠੀਕ ਹੈ, ਲਾਈਫ ਸਟਾਈਲ ਐਂਡ ਦਾ ਬਿਹੇਵੀਅਰ ਆਫ ਦਾ ਇੰਡੀਵਿਜੂਅਲ। ਲਾਈਫ ਸਟਾਈਲ ਦੇ ਨਾਲ ਬਿਹੇਵੀਅਰ ਦੀ ਕਨੈਕਟੀਵਿਟੀ ਮੀਨਸ ਲਾਈਫ ਸਟਾਈਲ ਅਪਗ੍ਰੇਡੇਸ਼ਨ, ਮਤਲਬ ਅਸੀਂ ਕਿੰਨਾ ਕੁ ਜ਼ਿਆਦਾ ਹੈਲਦੀ ਲਾਈਫ ਸਟਾਈਲ ਫੋਲੋ ਕਰ ਰਹੇ ਹਾਂ। ਠੀਕ ਹੈ, ਕਿੰਨੀ ਕੁ ਜ਼ਿਆਦਾ ਜਿਹੜੀ ਕਿ ਹੈਲਦੀ ਡਾਈਟ ਲੈ ਰਹੇ ਹਾਂ, ਐਂਡ ਅਸੀਂ ਹੈਲਥ ਦੇ ਰਿਲੇਟਿਡ ਜਿਹੜੇ ਸਾਡੇ ਪਰਸਪੈਕਟਿਵਸ ਆ ਉਹ ਕਿੱਦਾਂ ਦੇ ਆ। ਠੀਕ ਹੈ ਜੀ, ਜਿਹੜੇ ਕਿ ਕਹਿੰਦੇ ਕਿ ਸਪੈਸੀਫਿਕ ਬਿਹੇਵੀਅਰਸ ਨੇ, ਕੁਛ ਇੱਦਾਂ ਦੇ ਬਿਹੇਵੀਅਰਸ ਨੇ ਇੰਡੀਵਿਜੂਅਲਸ ਦੇ ਜਿਹਦੇ ਕਰਕੇ ਕਿ ਉਹ ਰਿਸਕ ਆਫ ਡਿਜ਼ੀਜ਼ਸ 'ਤੇ ਰਹਿੰਦੇ ਆ ਆਲਵੇਜ਼, ਕਿ ਲੈਕ ਆਫ ਫਿਟਨੈਸ ਹੈ ਜੀ, ਉਹ ਸਮੋਕਿੰਗ ਕਰਦੇ ਆ, ਅਨਹੈਲਦੀ ਈਟਿੰਗ ਹੈਬਿਟਸ ਆ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਚੁੱਕੀ ਹਾਂ ਕਿ ਇੰਡੀਵਿਜੂਅਲਸ ਦੀ ਅਨਹੈਲਦੀ ਈਟਿੰਗ ਹੈਬਿਟਸ ਆ ਕਿ ਉਹ ਹੈਲਦੀ ਫੂਡ ਨਹੀਂ ਖਾਂਦੇ, ਸਟ੍ਰਿਕਟ ਜਿਹੜਾ ਕਿ ਡਾਈਟ ਪਲਾਨ ਆ ਉਹ ਨਹੀਂ ਫੋਲੋ ਕਰਦੇ। ਠੀਕ ਹੈ ਜੀ, ਆਪਾਂ ਸਟਾਰਟਿੰਗ ਦੇ ਵਿੱਚ ਇਸ ਚੀਜ਼ ਨੂੰ ਪੜ੍ਹਿਆ ਅਤੇ ਇਹਦੇ ਵਿੱਚ ਗੱਲ ਹੋਈ ਹੈ ਲਾਈਫ ਸਟਾਈਲ ਅਤੇ ਬਿਹੇਵੀਅਰ ਦੀ। ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਲਾਈਫ ਸਟਾਈਲ ਦੀ ਜਿਹੜੀ ਕਿ ਗੱਲ ਆ ਉਹ ਕਿੱਥੇ ਹੋਈ ਆ, ਦੇਖੋ ਹੋਰ ਦੱਸੋ, ਲਾਈਫ ਸਟਾਈਲ ਦੀ ਗੱਲ ਤਾਂ ਇੱਥੇ ਹੋਰ ਕਿਸੇ ਵਿੱਚ ਨਹੀਂ ਹੋਈ ਕਿ ਆਪਾਂ ਲਾਈਫ ਸਟਾਈਲ ਨੂੰ ਲੈ ਕੇ ਹੈਲਥ ਨੂੰ ਪ੍ਰਮੋਟ ਕਰ ਰਹੇ ਹਾਂ। ਹੈਲਦੀ ਲਾਈਫ ਸਟਾਈਲ ਅਪਰੋਚ ਟੂ ਦ ਹੈਲਥ, ਦਿਸ ਵੀ ਕਾਲ ਦ ਅਪਰੋਚਸ ਲਾਈਫ ਸਟਾਈਲ ਬਿਹੇਵੀਅਰ ਤੋਂ ਮੈਂ ਤੁਹਾਨੂੰ ਕੀ ਦੱਸਿਆ ਸੀ, ਬਿਹੇਵੀਅਰ ਦੀ ਕਨੈਕਟੀਵਿਟੀ ਬਣਦੀ ਹੈ ਜੀ ਤੁਹਾਡੇ ਹੈਲਦੀ ਡਾਈਟ ਦੇ ਨਾਲ, ਅੱਛਾ ਜਿਹੜਾ ਕੀ ਆ ਫਿਟਨੈਸ ਰੂਟੀਨ ਫੋਲੋ ਕਰਨ ਦੇ ਨਾਲ। ਓਕੇ, ਕਲੀਅਰ ਹੋ ਗਿਆ ਵਾਲਾ ਪੁਆਇੰਟ। ਸਟਾਰਟਿੰਗ ਦੇ ਵਿੱਚ ਸਾਨੂੰ ਇਹ ਚੀਜ਼ਾਂ ਜਿਹੜਾ ਕਿ ਕੰਟੈਂਟ ਨੂੰ ਅੰਡਰਸਟੈਂਡ ਕਰਦੇ ਹੋਏ ਸਾਨੂੰ ਇਹ ਚੀਜ਼ ਨੂੰ ਫਾਈਂਡ ਆਊਟ ਹੋ ਗਈ ਹੈ। ਠੀਕ ਹੈ, ਲੈਟਸ ਮੂਵ ਟੂ ਦ ਨੈਕਸਟ ਪੈਰਾਗ੍ਰਾਫ। ਡੀ ਦਾ ਆਂਸਰ ਸੀ ਆਪਣੇ ਕੋਲ ਫੋਰਥ। ਓਕੇ, ਮੂਵ ਟੂ ਦ ਨੈਕਸਟ ਈ ਪੈਰਾਗ੍ਰਾਫ। ਓਕੇ, ਜੇਕਰ ਅਸੀਂ ਈ ਪੈਰਾਗ੍ਰਾਫ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਕੀ ਆ ਈਅਰਸ ਮੈਂਸ਼ਨ ਕੀਤੇ ਹੋਇਆ 1980s ਟੂ 1990s। ਇਹਦੇ ਵਿੱਚ ਕਿਸ ਚੀਜ਼ ਬਾਰੇ ਗੱਲ ਹੋਈ ਆ, ਉਹਨਾਂ ਨੇ ਦੱਸਿਆ ਕਿ ਡਿਊਰਿੰਗ 1980s ਐਂਡ 1990s there has been growing swing away from seeing lifestyle risk as root cause of the poor health। ਗੱਲ ਹੋਈ ਹੈ ਕਿ ਜਿਹੜੇ ਲੋਕ ਅੱਛਾ ਲਾਈਫ ਸਟਾਈਲ ਫੋਲੋ ਨਹੀਂ ਕਰਦੇ ਉਹ ਜਿਹੜਾ ਕੀ ਆ ਪੂਅਰ ਹੈਲਥ ਦੇ ਨਾਲ ਉਹਨਾਂ ਦਾ ਜਿਹੜਾ ਕੀ ਆ ਹੈਗਾ ਰਿਲੇਸ਼ਨਸ਼ਿਪ, ਕਿ ਉਹਨਾਂ ਦੀ ਲਾਈਫ ਸਟਾਈਲ ਜਿਹੜਾ ਕਿ ਪੂਅਰ ਹੈ। While lifestyle factors still remain important, health is being viewed also in terms of social, economical, environmental context in which people live। ਠੀਕ ਹੈ, ਕਹਿੰਦੇ ਜਿਹੜੇ ਲਾਈਫ ਸਟਾਈਲ ਫੈਕਟਰਸ ਆ ਉਹ ਹੈਗੇ ਕਿ ਹਾਂ ਅਸੀਂ ਸੋਸ਼ਲੀ ਜਿਹੜੀ ਕਿ ਆਪਣੀ ਲਾਈਫ ਨੂੰ ਕਿੱਦਾਂ ਜੀ ਰਹੇ ਹਾਂ, ਮੀਨਸ ਸੋਸ਼ਲੀ, ਮੈਂਟਲੀ, ਇਕੋਨਮਿਕਲੀ ਸਾਰੀਆਂ ਚੀਜ਼ਾਂ ਦਾ ਜਿਹੜਾ ਕੀ ਆ ਓਵਰਆਲ ਇੰਪੈਕਟ ਪੈਂਦਾ ਆਪਣੀ ਹੈਲਥ ਦੇ ਉੱਤੇ। ਓਕੇ, ਇਸ ਚੀਜ਼ ਨੂੰ ਜੇਕਰ ਅਸੀਂ ਪ੍ਰੋਪਰ ਉਸ ਤੋਂ ਬਾਅਦ ਅੱਗੇ ਪੜ੍ਹੀਏ, ਦ ਬਰੋਡ ਅਪਰੋਚ ਆਫ ਹੈਲਥ ਇਜ਼ ਕਾਲਡ ਦ ਸੋਸ਼ੋ ਇਕੋਲੋਜੀਕਲ ਵਿਊ ਆਫ ਹੈਲਥ। ਸੋਸ਼ੋ ਇਕੋਲੋਜੀਕਲ ਵਿਊ, ਜੇਕਰ ਅਸੀਂ ਸਟਾਰਟਿੰਗ 'ਚ ਪੜ੍ਹਦੇ ਹੋਏ ਇਸ ਚੀਜ਼ ਨੂੰ ਅੰਡਰਸਟੈਂਡ ਕਰੀਏ, ਕਹਿੰਦੇ ਜਿਹੜੇ ਕਿ ਦਿਸ ਬਰੋਡ ਮੀਨਸ ਇੱਕ ਕਹਿ ਲਓ ਕਿ ਪ੍ਰੋਪਰ ਫੁੱਲ ਫਲੇਜ ਐਕਸਪਲੇਨਡ ਜਿਹੜੀ ਕਿਸੇ ਚੀਜ਼ ਨੂੰ ਕੀਤਾ ਹੋਇਆ ਕਿ ਪ੍ਰੋਪਰ ਬਰੋਡ ਮੀਨਸ ਅ ਹਿਊਜ, ਮਤਲਬ ਇੱਕ ਜ਼ਿਆਦਾ ਲੰਬੀ ਚੌੜੀ ਜਿਹਨੂੰ ਅਸੀਂ ਕਹਿ ਸਕਦੇ ਹਾਂ। ਠੀਕ ਹੈ ਜੀ, ਬਹੁਤ ਵੱਡੀ ਔਰ ਬਹੁਤ ਹਾਈ ਲੈਵਲ 'ਤੇ ਅਪਰੋਚ ਹੈ ਸੋਸ਼ੋ ਇਕੋਲੋਜੀਕਲ ਵਿਊ। ਜੇਕਰ ਆਪਾਂ ਹੈਲਥ ਦੀ ਗੱਲ ਕਰੀਏ, ਐਂਡੋਰਸ ਐਟ ਦਾ ਫਰਸਟ ਇੰਟਰਨੈਸ਼ਨਲ ਕਾਨਫਰੰਸ ਆਫ ਹੈਲਥ ਪ੍ਰਮੋਸ਼ਨ, ਜਿੱਥੇ ਕਿ ਫਰਸਟ ਇੰਟਰਨੈਸ਼ਨਲ ਜਿਹੜੀ ਕਿ ਕਾਨਫਰੰਸ ਹੋਈ ਸੀ ਹੈਲਥ ਪ੍ਰਮੋਸ਼ਨ ਨੂੰ ਲੈ ਕੇ। ਠੀਕ ਹੈ ਜੀ, ਜਿਹੜੀ ਕਿ ਓਟਾਵਾ ਦੇ ਵਿੱਚ ਕੈਨੇਡਾ ਦੇ ਵਿੱਚ। ਠੀਕ ਹੈ, ਮੈਂ ਦੱਸਿਆ ਸੀ ਦਿਸ ਇਜ਼ ਅ ਸਿਟੀ, ਦਿਸ ਇਜ਼ ਅ ਕੈਪੀਟਲ ਆਫ ਕੈਨੇਡਾ। ਠੀਕ ਹੈ, ਦੱਸਿਆ ਸੀ ਕਿ ਉੱਥੇ ਹੋਈ ਹੈ। ਤਾਂ ਸੋਸ਼ੋ ਇਕੋਲੋਜੀਕਲ ਵਿਊ ਆਫ ਹੈਲਥ, ਲੋਕ ਇਸ ਚੀਜ਼ ਨੂੰ ਜਿਹੜੇ ਕਿ ਸੋਸ਼ਲੀ, ਇਕੋਲੋਜੀਕਲੀ, ਇਨਵਾਇਰਮੈਂਟਲ ਕੌਂਟੈਕਸਟ ਦੇ ਤੌਰ 'ਤੇ ਚੀਜ਼ ਨੂੰ ਕਿਵੇਂ ਦੇਖਦੇ ਆ। ਐਂਡ ਜੇ ਅਸੀਂ ਆਨਸਰ ਦੀ ਗੱਲ ਕਰੀਏ ਤਾਂ ਦੱਸੋ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਆਪਣਾ ਜਿਹੜਾ ਕਿ ਆਨਸਰ ਹੋ ਸਕਦਾ, ਕਿੱਥੇ ਅਸੀਂ ਹੈਲਥ ਪ੍ਰਮੋਸ਼ਨ ਦੀ ਗੱਲ ਕਰੀਏ ਸੋਸ਼ੋ ਇਕੋਲੋਜੀਕਲ ਵਿਊ ਦੇ ਨਾਲ। ਸੀ ਹੇਅਰ ਇਜ਼ ਦ ਆਨਸਰ in front of you all।
socio-ecological view of health means answer is ninth. This approach, they in this paragraph, they broaden the approach which we call the socio-ecological approach to the health, ठीक है, that individuals view from their perspective. And afterwards, if we talk about the passage F, at the Ottawa Conference in 1986, a charter was developed which outlined the new directions of health promotion. Socio-ecological view of health, C. ਹੁਣ ਮੈਂ ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਦੱਸਦੀ ਹਾਂ। ਸਟੂਡੈਂਟਸ ਕੰਪਲੇਨ ਕਰਦੇ ਆ ਕਿ ਸਾਨੂੰ ਜਿਹੜੇ ਕੀ ਆ ਲੋਕੇਸ਼ਨਸ ਦੇ ਉੱਤੇ ਸੇਮ ਜਿਹੜੇ ਕਿ ਆਨਸਰਸ ਆ ਉਹ ਲੱਭਦੇ ਆ, ਠੀਕ ਹੈ ਜੀ। ਸੇਮ ਆਨਸਰਸ ਦਾ ਜਿਹੜਾ ਕਿ ਮੈਂ ਤੁਹਾਡਾ ਡਾਊਟ ਕਲੀਅਰ ਆਊਟ ਕਰਦੀ ਹਾਂ, ਜਿੱਥੇ ਉਹਨਾਂ ਨੇ ਪਹਿਲੇ ਉਹਨਾਂ ਨੇ ਗੱਲ ਕਰੀਏ ਕਿ ਸੋਸ਼ਲ ਇਕੋਲੋਜੀਕਲ ਜਿਹੜਾ ਕਿ ਵਿਊ ਹੈਲਥ ਨੂੰ ਲੈ ਕੇ, ਠੀਕ ਹੈ, ਜਿਹੜੀ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਕਿ ਇਨ ਟਰਮਸ ਆਫ ਜਿਹੜੇ ਕਿ ਲਾਈਫ ਸਟਾਈਲ ਫੈਕਟਰਸ ਨੂੰ ਐਕਸਪਲੇਨ ਕੀਤਾ, ਜਿਹਦੇ ਵਿੱਚ ਕੀ ਆਉਂਦਾ, ਸੋਸ਼ਲ ਵੀ ਆਉਂਦਾ, ਇਕੋਨਮਿਕ ਵੀ ਆਉਂਦਾ, ਇਨਵਾਇਰਮੈਂਟਲ ਕੌਂਟੈਕਸਟ ਵੀ ਐਕਸਪਲੇਨ ਕੀਤਾ, ਜਿਹਦੇ ਵਿੱਚ ਲੋਕ ਅੱਜ ਦੇ ਸਮੇਂ ਰਹਿ ਰਹੇ ਨੇ। ਕੁਝ ਇਨਵਾਇਰਮੈਂਟਲ ਕੰਡੀਸ਼ਨਸ ਹੋ ਗਈਆਂ, ਕੁਝ ਪੋਲਿਊਸ਼ਨਸ ਹੋ ਗਏ, ਠੀਕ ਹੈ, ਇੱਥੇ ਗੱਲ ਹੋਈ ਆ ਤਾਂ ਉਹ ਚੀਜ਼ ਨੂੰ ਲੈ ਕੇ। ਐਂਡ ਇੱਥੇ ਇਹਨਾਂ ਤਿੰਨਾਂ ਚੀਜ਼ਾਂ ਨੂੰ, ਇਹਨਾਂ ਤਿੰਨਾਂ ਟਰਮਸ ਨੂੰ ਯੂਜ਼ ਕਰਕੇ ਸੋਸ਼ਲ, ਇਕੋਨਮਿਕ ਤੇ ਇਨਵਾਇਰਮੈਂਟਲ, ਠੀਕ ਹੈ, ਫਿਰ ਲੋਕਾਂ ਦਾ ਵਿਊ ਪੁਆਇੰਟ ਬਣਿਆ ਸੋਸ਼ੋ ਇਕੋਲੋਜੀਕਲ ਵਿਊ ਆਫ ਹੈਲਥ, ਠੀਕ ਹੈ। ਤਾਂ ਕਰਕੇ ਜਿਹੜਾ ਆਪਾਂ ਆਨਸਰ ਸੀਗਾ ਉਹ ਆਪਾਂ ਇਹਨੂੰ ਲਾਇਆ, ਕਿਉਂਕਿ ਇਹ ਸਿੱਧਾ ਜਿਹੜਾ ਕਿ ਦਿੱਤਾ ਹੋਇਆ, ਠੀਕ ਹੈ, ਜਿਹੜੀ ਕਿ ਈ ਪੈਰਾਗ੍ਰਾਫ 'ਚ ਗੱਲ ਹੋਈ ਹੈ। ਹੁਣ ਜੇ ਆਪਾਂ ਗੱਲ ਕਰੀਏ ਐਫ ਪੈਰਾਗ੍ਰਾਫ ਦੀ, ਹੁਣ ਜ਼ਿਆਦਾਤਰ ਬੱਚੇ ਕਹਿਣਗੇ ਕਿ ਸੋਸ਼ਲ ਇਕੋਲੋਜੀਕਲ ਵਿਊ ਆਫ ਹੈਲਥ ਇੱਥੇ ਵੀ ਹੈ ਨਾ, ਤੇ ਇਹਦੀ ਕਾਨਫਰੰਸ ਦੀ ਗੱਲ ਇੱਥੇ ਵੀ ਹੋਈ ਹੈ। ਐਂਡ ਕਾਨਫਰੰਸ ਜਿਹੜੇ ਕਿ ਉਹਨਾਂ ਨੇ ਇੱਥੇ ਵੀ ਕੀਤੀ ਆ ਹੈਲਥ ਨੂੰ ਪ੍ਰਮੋਟ ਕਰਨ ਦੇ ਲਈ। ਪਰ ਦੋਨਾਂ ਦੇ ਵਿੱਚ ਡਿਫਰੈਂਸ ਇਹ ਆ ਕਿ ਉਹਨਾਂ ਨੇ ਨਵੀਆਂ ਡਾਇਰੈਕਸ਼ਨਸ ਔਰ ਨਵੀਆਂ ਆਊਟਲਾਈਨਸ ਦਿੱਤੀਆਂ ਨੇ। ਜਿਹੜੀ ਉਹ ਕਾਨਫਰੰਸ ਹੋਈ ਆ, ਠੀਕ ਹੈ ਜੀ, ਆਨਸਰ ਆਪਣਾ ਹੈਗਾ ਜੀ ਦਿਸ ਵਨ। ਵਾਈ ਆਨਸਰ ਇਜ਼ ਦਿਸ ਵਨ? ਕਿਉਂਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਉੱਥੇ ਇਹਨਾਂ ਨੇ ਬਰੋਡ, ਦੇਖੋ ਇੱਥੇ ਬਰੋਡ ਵਰਡ ਨੇ ਡਿਫਾਈਨ ਕੀਤਾ ਕਿ ਬਰੋਡਲੀ ਉਹ ਇਹ ਚੀਜ਼ਾਂ ਦੇ ਉੱਤੇ ਸੋਸ਼ੋ ਇਕੋਲੋਜੀਕਲ ਵਿਊ ਦੇ ਉੱਤੇ, ਜਿਹੜੀ ਕਿ ਵਿਊ ਹੈਲਥ ਦੇ ਉੱਤੇ ਜਿਹੜਾ ਕਿ ਸਾਰਾ ਬੇਸਡ ਹੈ, ਜਿਹਨੂੰ ਕਿ ਉਹ ਕਹਿੰਦੇ ਆ ਅਪਰੋਚ, ਬਰੋਡ ਅਪਰੋਚ ਜੀ ਕੀਤੀ ਸੋਸ਼ੋ ਇਕੋਲੋਜੀਕਲ ਵਿਊ ਦੀ, ਤਾਂ ਉੱਥੇ ਆਨਸਰ ਜਿਹੜਾ ਕਿ ਲੱਗਿਆ ਦਿਸ ਵਨ, ਠੀਕ ਹੈ। ਇਫ ਵੀ ਟਾਕ ਅਬਾਊਟ ਦਿਸ ਪੈਸੇਜ, ਤਾਂ ਉਹਨਾਂ ਨੇ ਬੋਲਿਆ ਕਿ ਇਹਨਾਂ ਨੇ ਕਾਨਫਰੰਸ ਦੇ ਜ਼ਰੀਏ, ਜੋ ਕਿ 1986 ਦੇ ਵਿੱਚ ਹੋਈ ਸੀ, ਉਹਨਾਂ ਨੇ ਡਿਵੈਲਪ ਕੀਤਾ ਕਿ ਇੱਕ ਆਊਟਲਾਈਨ, ਠੀਕ ਹੈ ਜੀ, ਨਵੀਂ ਦਿੱਤੀ, ਨਿਊ ਡਾਇਰੈਕਸ਼ਨਸ ਜਿਹੜੀਆਂ ਕਿ ਉਹਨਾਂ ਨੇ ਦਿੱਤੀਆਂ ਇੱਕ ਕਾਨਫਰੰਸ ਦੇ ਥਰੂ ਹੈਲਥ ਨੂੰ ਪ੍ਰਮੋਟ ਕਰਨ ਦੇ ਲਈ। ਸੋ ਇਹਨਾਂ ਚੀਜ਼ਾਂ ਦੇ ਇਹ ਛੋਟੇ ਸਮਾਲ ਜਿਹੜੇ ਕਿ ਡਿਫਰੈਂਸਿਸ ਆ, ਇਹ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਕਹਿ ਲਓ ਕਿ ਤੁਸੀਂ ਇਹਨਾਂ ਨੂੰ ਪ੍ਰੋਪਰ ਅੰਡਰਸਟੈਂਡ ਕਰਨਾ, ਜਸਟ ਇੱਕ ਕੀਵਰਡਸ ਦੇ ਉੱਤੇ ਚੀਜ਼ਾਂ ਬੇਸ ਨਹੀਂ ਹੈਗੀਆਂ। ਹੁਣ ਜਿਹੜਾ ਬੱਚਾ ਇਸ ਚੀਜ਼ ਨੂੰ ਕੀਵਰਡ ਦੇ ਵਿੱਚ ਦੇਖੂਗਾ, ਨਾ ਤਾਂ ਇਹ ਕੀਵਰਡ ਦੇ ਅਕੋਰਡਿੰਗ ਆਨਸਰ ਫਿਰ ਸਹੀ ਜਾਊਗਾ ਜੇ ਆਪਾਂ ਕੰਟੈਂਟ ਨੂੰ ਅੰਡਰਸਟੈਂਡ ਨਹੀਂ ਕੀਤਾ, ਠੀਕ ਹੈ। ਤੁਸੀਂ ਜੇਕਰ ਸਿੱਧਾ ਗੈਸ ਮਾਰੋਗੇ ਕਿ ਇੱਥੇ ਉਹ ਦੇਖ ਲਿਆ, ਇੱਥੇ ਵੀ ਸੇਮ ਕੀਵਰਡ ਦੇਖ ਲਿਆ, ਤਾਂ ਉਹ ਲਗਾਤਾ, ਫਿਰ ਉਸ ਚੀਜ਼ 'ਚ ਆਪਾਂ ਨੂੰ ਜਿਹੜਾ ਕਿ ਕਲੈਰਿਟੀ ਨਹੀਂ ਆਣੀ, ਠੀਕ ਹੈ। ਦ ਪਰਟੀਕੂਲਰ ਆਨਸਰ ਫॉर द ਐਫ ਪੈਰਾਗ੍ਰਾਫ ਇਜ਼, ਜਿਹੜੀ ਕਿ ਉਹਨਾਂ ਦੀ ਕਾਨਫਰੰਸ ਹੋਈ ਸੀ ਜੀ ਹੈਲਥ ਪ੍ਰਮੋਸ਼ਨ ਨੂੰ ਲੈ ਕੇ, ਠੀਕ ਹੈ। ਇੱਥੇ ਬਰੋਡ ਵਰਡ ਨੇ ਜਿਹੜਾ ਕਿ ਮੀਨਿੰਗ ਚੇਂਜ ਕੀਤਾ, ਬਰੋਡ ਵਰਡ ਨੇ ਐਕਸਪਲੇਨ ਕੀਤਾ, ਆਹ ਤਿੰਨਾਂ ਵਰਡਸ ਨੇ ਐਕਸਪਲੇਨ ਕੀਤਾ। ਇਨਵਾਇਰਮੈਂਟਲ ਕੌਂਟੈਕਸਟ ਹੋ ਗਈ ਜੀ, ਸੋਸ਼ੋ ਇਕੋਨੋਮਿਕਲ ਜੋ ਵੀ ਹੈ, ਠੀਕ ਹੈ, ਇੰਡੀਵਿਜੂਅਲਸ ਦਾ ਜਿਹੜਾ ਕੀ ਹੈ ਸੋਸ਼ੋ ਇਕੋਲੋਜੀਕਲ ਵਿਊ ਆਫ ਹੈਲਥ, ਉਹ ਕਿੱਦਾਂ ਇੱਕ ਸੁਸਾਇਟੀ ਦੇ ਵਿੱਚ ਰਹਿੰਦੇ ਹੋਏ, ਇੱਕ ਉੱਦਾਂ ਦੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਹੋਏ ਕਿੱਦਾਂ ਚੀਜ਼ਾਂ ਨੂੰ ਫੋਲੋ ਕਰਦੇ, ਕਿੱਦਾਂ ਲਾਈਫ ਸਟਾਈਲ ਜਿਹੜਾ ਕਿ ਆਪਣਾ ਹੈਲਦੀ ਲਾਈਫ ਸਟਾਈਲ ਨੂੰ ਫੋਲੋ ਕਰਦੇ ਆ, ਉੱਥੇ ਉਹ ਚੀਜ਼ ਦੀ ਗੱਲ ਹੋਈ ਹੈ। ਇੱਥੇ ਗੱਲ ਹੋਈ ਹੈ ਕਿ ਉਹਨਾਂ ਨੇ ਨਿਊ ਆਊਟਲਾਈਨਸ ਦਿੱਤੀਆਂ, ਇੱਕ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਹੈਲਥ ਨੂੰ ਪ੍ਰਮੋਟ ਕਰਨ ਦੇ ਲਈ, ਠੀਕ ਹੈ ਜੀ। ਓਕੇ, ਇਹ ਸੀਗੀਆਂ ਲਿਸਟ ਆਫ ਹੈਡਿੰਗਸ। ਲਿਸਟ ਆਫ ਹੈਡਿੰਗਸ ਆ ਜਿਹੜੀਆਂ ਉਹ ਤੁਸੀਂ, ਜਿਵੇਂ ਕਿ ਮੈਂ ਪਹਿਲੇ ਵੀ ਸਟਾਰਟਿੰਗ ਜਦੋਂ ਵੀਡੀਓ ਕੀਤੀ ਉਦੋਂ ਵੀ ਮੈਂ ਦੱਸਿਆ ਤੁਹਾਨੂੰ ਕਿ ਜਦੋਂ ਜਿੰਨਾ ਤੁਸੀਂ ਕੰਟੈਂਟ ਨੂੰ ਅੰਡਰਸਟੈਂਡ ਕਰੋਗੇ ਉਨਾ ਜ਼ਿਆਦਾ ਜਿਹੜਾ ਕਿ ਤੁਹਾਡੇ ਲਈ ਬੈਨੀਫੀਸ਼ੀਅਲ ਰਹੂਗੀ ਇਹ ਚੀਜ਼। ਇੰਸਟੈਡ ਆਫ ਇੱਕ ਕੀਵਰਡ ਪਿਕ ਕੀਤਾ, ਉਹਦੇ ਨਾਲ ਮੈਚਿੰਗ ਕੀਤੀ, ਕੀਵਰਡ ਪਿਕ ਕਰਨਾ, ਮੈਚਿੰਗ ਕਰਨਾ ਉਹ ਅੱਡ ਗੱਲ ਆ, ਬਟ ਰੀਡਿੰਗ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅਲੱਗ-ਅਲੱਗ ਆਨਸਰ ਜਿਵੇਂ ਕਿ ਮਿਲਣਗੇ। ਹੁਣ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀਆਂ ਲੋਕੇਸ਼ਨਸ ਦੀ, ਠੀਕ ਹੈ, ਹੁਣ ਲੋਕੇਸ਼ਨ 'ਚ ਆਪਾਂ ਗੱਲ ਕਰੀਏ ਕਿਸੇ ਪੈਰਾਗ੍ਰਾਫ ਦੀ, ਆਪਾਂ ਨੂੰ ਸਟਾਰਟਿੰਗ ਵਾਲੀ ਲਾਈਨਸ ਦੇ ਵਿੱਚ ਵੀ ਲੋਕੇਸ਼ਨ ਹੈ, ਠੀਕ ਹੈ, ਜਿੱਥੇ ਤੁਹਾਡੇ ਕਨੈਕਟੀਵਿਟੀ ਬਣਦੀ ਹੈ। ਕਿਸੇ ਪੈਰਾਗ੍ਰਾਫ ਦੇ ਲਾਸਟ ਦੇ ਵਿੱਚ ਵੀ ਹੈ, ਠੀਕ ਹੈ,
ਐਂਡ ਕਿਸੇ ਪੈਰਾਗ੍ਰਾਫ ਦੇ ਇਨ ਬਿਟਵੀਨ ਵੀ ਹੈ। ਐਂਡ ਕਿਸੇ ਕਿਸੇ ਪੈਰਾਗ੍ਰਾਫ ਦੇ ਵਿੱਚ ਸਿਰਫ ਇੱਕ ਵਰਡ ਆ ਜਿਹੜਾ ਇੱਕ ਵਰਡ ਆ ਉਹ ਡਿਸਕਰਾਈਬ ਕਰਦਾ ਹੈ, ਠੀਕ ਹੈ, ਕਿ ਆਨਸਰ ਆ ਜਿਹੜਾ ਉਹ ਇੱਕ ਵਰਡ ਦੇ ਨਾਲ ਇੱਕ ਵਰਡ ਨੂੰ ਉਹਨਾਂ ਨੇ ਐਕਸਪੈਂਡ ਕਰਕੇ ਉਧਰ ਲੋਕੇਸ਼ਨ ਦੇ ਵਿੱਚ ਦਿੱਤਾ ਹੋਇਆ ਕਿ ਇੱਥੇ ਤੁਹਾਡੇ ਆਨਸਰਸ ਹੈ, ਠੀਕ ਹੈ। ਅੱਜ ਦੀ ਜਿਹੜੀ ਵੀਡੀਓ ਹੈ ਉਹ ਬਸ ਇਸ ਦੇ ਬਾਰੇ 'ਚ ਹੈ ਕਿ ਤੁਸੀਂ ਲਿਸਟ ਆਫ ਹੈਡਿੰਗਸ ਨੂੰ ਕਿੱਦਾਂ ਜਿਹੜਾ ਕਿ ਫਾਈਂਡ ਆਊਟ ਕਰਨਾ ਹੈ। ਰੀਡਿੰਗ ਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ, ਜ਼ਿਆਦਾਤਰ ਕੰਟੈਂਟ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨੀ ਕਿ ਕੰਟੈਂਟ ਦੇ ਨਾਲ ਕਨੈਕਟੀਵਿਟੀ ਜਿਹੜੀ ਕਿ ਕਿੱਦਾਂ ਬਣਦੀ ਹੈ। ਫਟਾਫਟ ਇਹਨਾਂ ਨੂੰ ਆਊਟਲੁੱਕ ਦੇਣਾ, ਕੀਵਰਡਸ ਤੁਸੀਂ ਇੱਥੋਂ ਸਿਲੈਕਟ ਕਰਨੇ ਆ, ਠੀਕ ਹੈ। ਜਿਹੜੀਆਂ ਚੀਜ਼ਾਂ ਹੁਣ ਦੇਖੋ ਇਨਵਾਇਰਮੈਂਟਲ ਫੈਕਟਰਸ ਦੀ ਗੱਲ ਹੋਈ ਹੈ, ਬਟ ਪ੍ਰਾਇਮਰੀ ਇੰਪੋਰਟੈਂਸ ਕਿਤੇ ਵੀ ਗੱਲ ਨਹੀਂ ਹੋਈ, ਠੀਕ ਹੈ। ਉਹ ਪੈਸੇਜ ਦੇ ਵਿੱਚ ਇਨਵਾਇਰਮੈਂਟਲ ਜਿਹੜਾ ਕਿ ਆ ਫੈਕਟਰਸ ਔਰ ਕੌਂਟੈਕਸਟ ਦੀ ਗੱਲ ਹੋਈ ਆ। ਜਿਹੜੇ ਬੱਚੇ ਸਿੱਧਾ ਕੀਵਰਡ ਮੈਚ ਕਰਨਗੇ ਉਹ ਬਿਲਕੁਲ ਗਲਤ ਅਪਰੋਚ ਜਿਹੜਾ ਕਿ ਉਹ ਫੋਲੋ ਕਰਦੇ ਆ, ਠੀਕ ਹੈ, ਕਿਉਂਕਿ ਪ੍ਰਾਇਮਰੀ ਇੰਪੋਰਟੈਂਸ ਉਹਦੀ ਬਿਲਕੁਲ ਗੱਲ ਨਹੀਂ ਹੋਈ, ਠੀਕ ਹੈ ਜੀ। ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਦੇ ਬਾਰੇ ਦੇ ਵਿੱਚ ਕਿਸੇ ਵੀ ਪੈਸੇ ਦੇ ਵਿੱਚ ਗੱਲ ਹੀ ਨਹੀਂ ਹੋਈ ਤਾਂ ਤੁਸੀਂ ਉਹਨਾਂ ਨੂੰ ਵੀ ਐਲੀਮੀਨੇਟ ਕਰਕੇ ਵੀ ਆਪਣੇ ਆਨਸਰ ਤੱਕ ਪਹੁੰਚ ਸਕਦੇ ਹੋ, ਠੀਕ ਹੈ। ਅੱਜ ਦੀ ਵੀਡੀਓ ਇਸ ਦੇ ਬਾਰੇ ਦੇ ਵਿੱਚ ਹੀ ਸੀ, ਠੀਕ ਹੈ। ਥੈਂਕ ਯੂ ਸੋ ਮਚ।